नवजोत सिंह सिद्धू जिहड़ा कल उन्होंने अपने सोशल अकाउंट ते कुछ वीडियो पा के ते एक तरह नाल अपने आप नूं लोकां दे विच पेश करन दी कोशिश कीती है कि लो जी मैं सबूत तुहाडे सामने पेश करते हैं कि जां तां ये बंदे अनपढ़ ने ते जां ये सुनने वालिआं नूं इन्ने क अनपढ़ जां बुद्धू समझदे आ भी किहड़ा दुनिया नूं कोई पता जो मर्जी झूठ बोली जाओ। ਜਾਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਵਿੱਚ ਬਹੁਤ ਵੱਡੇ ਸਬੂਤ ਹੈ ਤੇ ਫਿਰ ਜਿਹੜਾ ਤੁਹਾਡਾ ਕੁੰਵਰ ਪ੍ਰਤਾਪ ਜਿਹੜਾ ਸਿੱਧੂ ਸਾਹਿਬ ਤੁਹਾਡਾ ਚਹੇਤਾ ਸਭ ਤੋਂ ਪਹਿਲਾਂ ਜੇ ਤੁਹਾਡੇ ਕੋਲੇ ਸਬੂਤ ਹੈਗੇ ਆ ਪਰ ਤੁਹਾਡੇ ਕੋਲੇ ਸਬੂਤ ਕੋਈ ਨਹੀਂ। ਤੁਸੀਂ ਸਿਰਫ ਤੇ ਸਿਰਫ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੇ ਹੋ ਔਰ ਲੋਕਾਂ ਦੇ ਵਿੱਚ ਝੂਠ ਫੈਲਾਉਣ ਦੀ ਹਰ ਰੋਜ਼ ਸਵੇਰੇ ਉੱਠ ਕੇ ਬੁਣਤੀ ਬੁਣਦੇ ਹੋ। ਤੁਸੀਂ ਗੱਲਾਂ ਕਰਦੇ ਹੋ ਤੁਸੀਂ ਦਿੱਲੀ ਦੇ ਵਿੱਚ ਕਤਲੇਆਮ ਕਰਾਉਣ ਵਾਲੀ ਪਾਰਟੀ ਤੇ ਤੁਸੀਂ ਅੱਜ ਗੱਲਾਂ ਯਾਰ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ। ਤੁਸੀਂ ਕਿਹੜੀ ਉਸ ਪਾਰਟੀ 'ਚ ਬੈਠੇ ਤੁਸੀਂ ਬੇਅਦਬੀ ਦੀਆਂ ਗੱਲਾਂ ਕਰਦੇ ਹੋ। ਪਰ ਜਿਹੜੀ ਪਾਰਟੀ ਦੇ ਵਿੱਚ ਤੁਸੀਂ ਸਿੱਧੂ ਸਾਹਿਬ ਬੈਠੇ ਹੋ ਜਿੱਥੇ ਬੇਅਦਬੀ ਦੀ ਸਿੱਟ ਜਿਹੜੀ ਹੈ 4 ਜਨਵਰੀ ਨੂੰ ਰੱਦ ਕਰਤੀ ਮਾਨਯੋਗ ਹਾਈ ਕੋਰਟ ਨੇ ਨਵੇਂ ਸਿਰੋਂ ਰਿਟ ਬਣ ਜਿਹੜੀ ਸਾਡੀ ਸਿੱਟ ਬਣ ਗਈ ਹੈ ਤੇ ਤੁਸੀਂ ਉਦੋਂ ਦਾ ਤਾਂ ਬੋਲੇ ਨਹੀਂ। फिर जाके मुख्यमंत्री साहब नाल सौदेबाजी करन बैठे हो। सौदेबाजी थोड़ी डिप्टी मुख्यमंत्री जां प्रधानगी दी पुग्गी नहीं ये गल असीं थोड़ी कहने आ। तुहाडे कैप्टन अमरिंदर सिंह ने कहा कि मैं किवें डिप्टी मुख्यमंत्री बना दियां। मैं एक बेनती करा जिहड़ी पार्टी दे विच तुसीं बैठे हो उस पार्टी दे हत्थ खून नाल रंगे होए आ। इस करके मैं सिद्धू साहब तुहानूं बेनती करदा हां किरपा करके बाज आ जाओ राजनीति ना करो गुरु साहब के मुद्दे ते राजनीति ना करो। सत श्री अकाल जी सारिਆਂ ਨੂੰ ਅੱਜ ਤੁਹਾਡੇ ਨਾਲ ਗੱਲ ਕਰਨੀ ਸੀ ਨਵਜੋਤ ਸਿੰਘ ਸਿੱਧੂ ਜਿਹੜਾ ਕੱਲ ਉਹਨੇ ਆਪਣੇ ਸੋਸ਼ਲ ਅਕਾਊਂਟ ਤੇ ਕੁਝ ਵੀਡੀਓ ਪਾ ਕੇ ਤੇ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਲਓ ਜੀ ਮੈਂ ਸਬੂਤ ਤੁਹਾਡੇ ਸਾਹਮਣੇ ਪੇਸ਼ ਕਰਤੇ ਹੈ। मैं एक गल कहां कि जां तां ये बंदे अनपढ़ ने ते जां ये सुनने वालिआं नूं इन्ने क अनपढ़ जां बुद्धू समझदे आ भी किहड़ा दुनिया नूं कोई पता जो मर्जी झूठ बोली जाओ। पहली गल तां मैं एक बेनती करदे हां जिहड़ियां कल वीडियो जारी कीतियां जे इहने फैसला पढ़िया हुंदा ते जे सच दसना हुंदा तां पेज नंबर 79 ते जिहड़ी मानयोग हाई कोर्ट ने जिहड़ी हुण दित्ती है ना आपदी फाइंडिंग दित्तियां ਤਾਂ पेज नंबर 79 ਤੇ बड़ा क्लीयर कट ਜਿਹੜਾ ਹੈਗਾ ਉਹ ਮਾਨਯੋਗ ਜੱਜ ਸਾਹਿਬ ਨੇ बड़ा क्लीयर कट ਜਿਹੜੇ ਹੈਗੇ ਆ ਇਹਦੇ ਤੇ ਫਾਈਂਡਿੰਗ ਦਿੱਤੀਆਂ ਕਿ ਕੈਮਰਿਆਂ ਦੀਆਂ ਸੀਸੀਟੀਵੀਆਂ ਬਾਰ-ਬਾਰ ਦੇਖਣ ਤੋਂ ਬਾਅਦ ਜਿਹੜੇ ਮੈਂ ਸਿੱਟੇ ਤੇ ਪਹੁੰਚਿਆ। ਹੁਣ ਜੇ ਬੰਦਾ ਕਹੇ ਕਿ ਇਹ ਜਿਹੜੀ ਫੁਟੇਜ ਹੈ ਮੈਂ ਤੁਹਾਨੂੰ ਦੇਤੀ ਤੇ ਅਦਾਲਤ ਨੇ ਕਿਉਂ ਇਹ ਤੁਹਾਡੀ ਸਾਰੀ ਦੀ ਸਾਰੀ ਜਾਂਚ ਜਿਹੜੀ ਹੈ ਰੱਦ ਕਰਤੀ ਤੇ ਜੇ ਤੁਸੀਂ ਹਲੇ ਵੀ ਸਮਝਦੇ ਹੋ ਕਿ ਇਹ ਬਹੁਤ ਵੱਡਾ ਜਿਹੜਾ ਹੈਗਾ ਸਬੂਤ ਹੈਗਾ ਜਾਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਵਿੱਚ ਬਹੁਤ ਵੱਡੇ ਸਬੂਤ ਹੈ ਤੇ ਫਿਰ ਜਿਹੜਾ ਤੁਹਾਡਾ ਕੁੰਵਰ ਪ੍ਰਤਾਪ ਜਿਹੜਾ ਸਿੱਧੂ ਸਾਹਿਬ ਤੁਹਾਡਾ ਚਹੇਤਾ ਸਭ ਤੋਂ ਪਹਿਲਾਂ ਔਰ ਤੁਸੀਂ ਸਿਫਾਰਿਸ਼ ਕਰਕੇ ਇਹਨੂੰ ਜਿਹੜਾ ਹੈਗਾ ਜੋ ਜੇ ਤੁਹਾਡੇ ਕੋਲੇ ਸਬੂਤ ਹੈਗੇ ਆ ਪਰ ਤੁਹਾਡੇ ਕੋਲੇ ਸਬੂਤ ਕੋਈ ਨਹੀਂ। ਤੁਸੀਂ ਸਿਰਫ ਤੇ ਸਿਰਫ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੇ ਹੋ ਔਰ ਲੋਕਾਂ ਦੇ ਵਿੱਚ ਝੂਠ ਫੈਲਾਉਣ ਦੀ ਹਰ ਰੋਜ਼ ਸਵੇਰੇ ਉੱਠ ਕੇ ਬੁਣਤੀ ਬੁਣਦੇ ਹੋ। ਤੁਸੀਂ ਗੱਲਾਂ ਕਰਦੇ ਹੋ ਤੁਸੀਂ ਦਿੱਲੀ ਦੇ ਵਿੱਚ ਕਤਲੇਆਮ ਕਰਾਉਣ ਵਾਲੀ ਪਾਰਟੀ ਤੇ ਤੁਸੀਂ ਅੱਜ ਗੱਲਾਂ ਯਾਰ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ। ਤੁਸੀਂ ਕਿਹੜੀ ਉਸ ਪਾਰਟੀ 'ਚ ਬੈਠੇ ਤੁਸੀਂ ਬੇਅਦਬੀ ਦੀਆਂ ਗੱਲਾਂ ਕਰਦੇ ਹੋ। ਮੈਂ ਇੱਕ ਬੇਨਤੀ ਕਰਦਿਆਂ ਕਾਂਗਰਸ ਪਾਰਟੀ ਤੋਂ ਨਾ ਕਿਸੇ ਨੂੰ ਇਨਸਾਫ ਦੀ ਉਮੀਦ ਹੈ ਤੇ ਨਾ ਕੋਈ ਉਮੀਦ ਲਾ ਕੇ ਭਰਾਵੋ ਚੱਲਦਾ ਹੈ। ਪਰ ਜਿਹੜੀ ਪਾਰਟੀ ਦੇ ਵਿੱਚ ਤੁਸੀਂ ਸਿੱਧੂ ਸਾਹਿਬ ਬੈਠੇ ਹੋ ਜਿੱਥੇ ਬੇਅਦਬੀ ਦੀ ਸਿੱਟ ਜਿਹੜੀ ਹੈ 4 ਜਨਵਰੀ ਨੂੰ ਰੱਦ ਕਰਤੀ ਮਾਨਯੋਗ ਹਾਈ ਕੋਰਟ ਨੇ ਨਵੇਂ ਸਿਰੋਂ ਰਿਟ ਬਣ ਜਿਹੜੀ ਸਾਡੀ ਸਿੱਟ ਬਣ ਗਈ ਹੈ ਤੇ ਤੁਸੀਂ ਉਦੋਂ ਦਾ ਤਾਂ ਬੋਲੇ ਨਹੀਂ। 17 ਮਾਰਚ ਨੂੰ ਤੁਸੀਂ ਫਿਰ ਜਾ ਕੇ ਮੁੱਖ ਮੰਤਰੀ ਸਾਹਿਬ ਨਾਲ ਸੌਦੇਬਾਜੀ ਕਰਨ ਬੈਠੇ ਹੋ। ਸੌਦੇਬਾਜੀ ਤੁਹਾਡੀ ਡਿਪਟੀ ਮੁੱਖ ਮੰਤਰੀ ਜਾਂ ਪ੍ਰਧਾਨਗੀ ਦੀ ਪੁੱਗੀ ਨਹੀਂ ਇਹ ਗੱਲ ਅਸੀਂ ਥੋੜੀ ਕਹਿੰਦੇ ਆ। ਤੁਹਾਡੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਕਿਵੇਂ ਡਿਪਟੀ ਮੁੱਖ ਮੰਤਰੀ ਬਣਾ ਦਿਆਂ ਕਿਵੇਂ ਇਹਨੂੰ ਪਾਰਟੀ ਦਾ ਪ੍ਰਧਾਨ ਬਣਾ ਦਿਆਂ। ਮੇਰੇ ਕੋਲੇ ਪੁਰਾਣੇ ਬੰਦੇ ਬੈਠੇ ਆ। ਜੇ ਤਾਂ 17 ਮਾਰਚ ਨੂੰ ਤੁਹਾਡੀ ਸੌਦੇਬਾਜੀ ਕੈਪਟਨ ਅਮਰਿੰਦਰ ਸਿੰਘ ਨਾਲ ਮੁੱਕ ਜਾਂਦੀ ਜਿੱਦਣ ਤੁਸੀਂ ਚਾਹ ਦਾ ਪਿਆਲੀ ਪੀਤੀ ਹੈ ਤੇ ਮੋਢੇ ਉੱਤੋਂ ਦੀ ਹੱਥ ਧਰ ਕੇ ਕੈਪਟਨ ਸਾਹਿਬ ਬੈਠੇ ਸੀ ਫਿਰ ਤਾਂ ਨਾ ਤਾਂ ਤੁਹਾਨੂੰ ਬੇਅਦਬੀ ਯਾਦ ਆਉਣੀ ਸੀ ਤੇ ਨਾ ਹੀ ਤੁਹਾਨੂੰ ਕੋਈ ਫਾਇਰਿੰਗ ਕੇਸ ਯਾਦ ਆਉਣਾ ਸੀ। ਪਰ ਸੌਦੇਬਾਜੀ ਤੁਹਾਡੀ ਮੁੱਕੀ ਨਹੀਂ ਤੇ ਤੁਸੀਂ ਹੁਣ ਚੱਲ ਪਿਓ ਨਵੇਂ ਰਾਹ ਤੇ। ਮੈਂ ਇੱਕ ਬੇਨਤੀ ਕਰਾਂ ਜਿਹੜੀ ਪਾਰਟੀ ਦੇ ਵਿੱਚ ਤੁਸੀਂ ਬੈਠੇ ਹੋ ਉਸ ਪਾਰਟੀ ਦੇ ਹੱਥ ਖੂਨ ਨਾਲ ਰੰਗੇ ਹੋਏ ਆ। ਜਿਹੜੀ ਪਾਰਟੀ ਦੇ ਵਿੱਚ ਤੁਸੀਂ ਬੈਠੇ ਹੋ ਉਸੇ ਪਾਰਟੀ ਦੀ
ਇੰਦਰਾ ਗਾਂਧੀ ਨੇ ਲਿਖਤੀ ਰੂਪ ਦੇ ਵਿੱਚ ਆਰਡਰ ਕਰਕੇ ਹੁਕਮ ਕਰਕੇ ਫੌਜ ਹਰਮੰਦਰ ਸਾਹਿਬ ਤੇ ਚਾੜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ 'ਚ ਸੇਵਾ ਕਰ ਰਿਹਾ ਬੈਠਾ ਗ੍ਰੰਥੀ ਸਿੰਘ ਸ਼ਹੀਦ ਹੋਇਆ, ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਮੌਕੇ ਦੇ ਪ੍ਰਕਾਸ਼ ਸੀ ਉਹਦੇ ਵਿੱਚ ਵੀ ਤੁਹਾਡੀ ਫੌਜ ਦੀਆਂ ਭੇਜੀਆਂ ਗੋਲੀਆਂ ਲੱਗੀਆਂ। ਨਾਲ ਬੈਠੇ ਕੀਰਤਨੀ ਸਿੰਘ ਜਿਹੜੇ ਬੈਠੇ ਸੀ ਉਹ ਵੀ ਫੌਜ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ। ਉਸ ਪਾਰਟੀ 'ਚ ਤੁਸੀਂ ਬੈਠੇ ਹੋ ਸਿੱਧੂ ਸਾਹਿਬ, ਤੇ ਤੁਸੀਂ ਗੱਲਾਂ ਕਰਦੇ ਚੰਗੇ ਲੱਗਦੇ ਹੋ। ਮੈਂ ਫਿਰ ਦੁਹਰਾ ਦਿਆਂ 125 ਕੇ 24 ਜਾਂ 127 ਬੇਅਦਬੀਆਂ ਤੁਹਾਡੀ ਇਸ ਸਰਕਾਰ ਦੇ ਵਿੱਚ ਹੋ ਗਈਆਂ। ਕੁਝ ਦਿਨ ਪਹਿਲਾਂ ਫਤਿਹਗੜ੍ਹ ਸਾਹਿਬ ਇੱਕ ਬੇਅਦਬੀ ਹੋਈ ਤੇ ਉਹ ਮੁੰਡਾ ਕੀ ਕਹੇ, ਮੈਨੂੰ ਪੁਲਿਸ ਨੂੰ ਫੜਾ ਦਿਓ। ਪੁਲਿਸ ਤੋਂ ਤਾਂ ਉਲਟਾ ਲੋਕ ਡਰਦੇ ਹੁੰਦੇ ਆ। ਜਿਹੜੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੀਆਂ ਚੰਦ ਕੁ ਲਾਈਨਾਂ ਤੁਸੀਂ ਕਿਤੇ ਖੱਬੇ ਸੱਜੇ ਵਾਲੀਆਂ ਅੱਧੀਆਂ ਕੁ ਪੜ੍ਹ ਲੈਂਦੇ ਹੋ, ਅੱਧੀਆਂ ਕੁ ਛੱਡ ਦਿੰਦੇ ਹੋ। ਉਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਵਿੱਚ ਲਿਖਿਆ ਕੀ ਹੈ? ਕਿਤੇ ਲਿਖਿਆ ਵੀ ਬਾਦਲ ਸਾਹਿਬ ਦੋਸ਼ੀ ਹੈ, ਕਿਤੇ ਲਿਖਿਆ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੋਸ਼ੀ ਹੈ, ਕਿਤੇ ਲਿਖਿਆ ਸ਼੍ਰੋਮਣੀ ਅਕਾਲੀ ਦਲ ਦੋਸ਼ੀ ਹੈ। ਉਹਨਾਂ ਨੇ ਤਾਂ ਲਿਖਿਆ ਕਿ ਅੱਗੇ ਫਰਦਰ ਜਾਂਚ ਕਰਨ ਦੀ ਲੋੜ ਹੈ, ਤੇ ਤੁਸੀਂ ਐਵੇਂ ਝੂਠ ਮਾਰੀ ਜਾਂਦੇ ਹੋ ਯਾਰ। ਜੇ ਲਿਖਿਆ ਸੀਗਾ ਤੇ ਫਿਰ ਅਗਲੇ ਦਿਨ ਪਰਚਾ ਜਿਹੜਾ ਦਰਜ ਹੋਇਆ ਕੋਟਕਪੂਰੇ ਦਰਜ ਤੁਸੀਂ ਨਵਾਂ ਕੀਤਾ, ਫਿਰ ਉਹਦੇ 'ਚ ਨਾਂ ਕਿਉਂ ਨਹੀਂ ਪਾਤਾ? ਅੱਜ ਤੋਂ ਪੌਣੇ 2 ਸਾਲ ਪਹਿਲਾਂ ਜਦੋਂ ਕੁਮਰ ਵਿਜੇ ਪ੍ਰਤਾਪ ਨੇ ਕੋਰਟ ਦੇ ਵਿੱਚ ਚਲਾਨ ਪੇਸ਼ ਕੀਤਾ ਫਾਇਰਿੰਗ ਕੇਸ 'ਚ, ਫਿਰ ਤੁਸੀਂ ਉਦੋਂ ਨਾਂ ਕਿਉਂ ਨਹੀਂ ਪਾਤਾ? ਇਹ ਕਿਉਂ ਕਿਹਾ ਵੀ ਜਾਂਚ ਚੱਲੀ ਜਾਂਦੀ ਹੈ? ਇਸ ਕਰਕੇ ਪਰਮਾਤਮਾ ਤੋਂ ਡਰ ਜਾਓ। ਮੈਂ ਫਿਰ ਤੁਹਾਨੂੰ ਦੁਹਰਾਉਣਾ, ਸਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬੇਨਤੀ ਕੀਤੀ ਹੈ ਨਿਮਰਤਾ ਸਹਿਤ ਕਿ ਕਿਰਪਾ ਕਰਕੇ ਜੇ ਕਿਸੇ ਕੋਲੇ ਕੋਈ ਸਬੂਤ ਹੈਗਾ ਤਾਂ ਮਾਨਯੋਗ ਅਦਾਲਤ ਦੇ ਵਿੱਚ ਦਿਓ। ਅਦਾਲਤ ਨੇ ਤਾਂ ਕਿਹਾ ਵੀ ਤੁਸੀਂ ਬਿਆਨਬਾਜ਼ੀ ਬੰਦ ਕਰੋ ਤੇ ਇਹਦੀ ਜਾਂਚ ਸਹੀ ਢੰਗ ਨਾਲ ਕਰੋ, ਤੇ ਤੁਸੀਂ ਅੱਜ ਫੇਰ ਉਹੀ ਬਿਆਨਬਾਜ਼ੀ, ਹਰ ਰੋਜ਼ ਪ੍ਰੈਸ ਕਾਨਫਰੰਸ। ਜੇ ਕੋਈ ਨਵਾਂ ਸਬੂਤ ਹੈਗਾ ਤੇ ਦੇ ਦਿਓ ਮਾਨਯੋਗ ਕੋਰਟ ਦੇ ਵਿੱਚ, ਨਾਲੇ ਲੋਕਾਂ ਨੂੰ ਪਤਾ ਲੱਗ ਜੇ ਵੀ ਭਾਈ ਆ ਸਬੂਤ ਇਹਨਾਂ ਨੇ ਦੇ ਆਂਦੇ ਆ। ਤੁਸੀਂ ਸੀਡੀ ਬਣਾ ਕੇ ਮਾਨਯੋਗ ਕੋਰਟ ਦੇ ਵਿੱਚ ਦੇ ਦਿਓ। ਤੇ ਜਿਹੜੀਆਂ ਸੀਡੀ ਦੀਆਂ ਫੁਟੇਜ ਤੁਸੀਂ ਦਿਖਾਈ ਜਾਂਦੇ ਹੋ, ਜਿਹੜੀਆਂ 17 ਪੜ੍ਹ ਕੇ ਤੁਸੀਂ ਦਿਖਾਈ ਜਾਂਦੇ ਹੋ ਸਿੱਧੂ ਸਾਹਿਬ, ਇਹ ਸਾਰੀਆਂ 17 ਜਿਹੜੀਆਂ ਚਲਾਨ ਦੇ ਵਿੱਚ ਲਿਖੀਆਂ ਸੀ ਇਹੀ ਮਾਨਯੋਗ ਹਾਈ ਕੋਰਟ ਨੇ ਰੱਦ ਕੀਤੀਆਂ, ਕਿਉਂਕਿ ਮਨੋਹਰ ਕਹਾਣੀਆਂ ਤੁਸੀਂ ਬੈਠ ਕੇ ਕੁੰਵਰ ਵਿਜੇ ਪ੍ਰਤਾਪ ਨੂੰ ਲਿਖਾਈਆਂ ਸੀ। ਜੇ ਕੋਈ ਸਬੂਤ ਹੋਵੇ ਤੇ ਇਹ ਗੱਲ ਟਿਕ ਨਾ ਜਾਵੇ। ਜਿਹੜਾ ਤਾਂ ਤੁਸੀਂ ਕਰਾ ਲਓ ਉਹ ਤਾਂ ਤੁਹਾਡੇ ਲਈ ਕੋਰਟ 'ਚੋਂ ਸਹੀ ਹੈ, ਤੇ ਜਿਹੜਾ ਕੋਈ ਹੋਰ ਕਰਾ ਲੇ ਉਹ ਕੋਰਟ ਦੇ ਵਿੱਚ ਦੋਸ਼ੀ ਹੈ। ਹਾਲਾਂਕਿ ਸਾਡਾ ਕੋਈ ਇਸ ਰਿਟ ਪਟੀਸ਼ਨ ਨਾਲ ਲੈਣਾ ਦੇਣਾ ਨਹੀਂ ਸੀ। ਇਹ ਤਾਂ ਜਿਵੇਂ ਉਹ ਬਾਰ-ਬਾਰ ਮੋਮੋ ਠਗਣਾ ਬਣ ਕੇ ਕੁੰਵਰ ਵਿਜੇ ਪ੍ਰਤਾਪ ਕਹਿੰਦਾ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਫੈਸਲਾ ਹੈ, ਮੁਝੇ ਇਨਸਾਫ ਕਰਨਗੇ। ਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਮੈਂ ਸਮਝਦਾ ਕਿ ਗੁਰੂ ਗੋਬਿੰਦ ਸਿੰਘ ਜੀ ਆਪ ਪ੍ਰਤੱਖ ਹੋ ਕੇ ਕਿ ਜਿਹੜੇ ਤੁਸੀਂ ਬਾਰ-ਬਾਰ ਬੇਅਦਬੀ ਦੇ ਨਾਂ ਤੇ ਕਿਸੇ ਨੂੰ ਦੋਖੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਆਪ ਹੂ ਸਾਖਸ਼ਾਤ ਕਿਸੇ ਨਾ ਕਿਸੇ ਸੱਜਣਾ ਦੇ ਵਿੱਚ ਵਸ ਕੇ ਹੀ ਜਵਾਬ ਜਿਹੜੇ ਆ ਗੁਰੂ ਮਹਾਰਾਜ ਦਿੰਦੇ ਆ। ਇਹ ਮੈਂ ਸਮਝਦਾ ਕਿ ਤੁਹਾਡੇ ਮੂੰਹ ਦੇ ਉੱਤੇ ਬੜੀ ਵੱਡੀ ਚਪੇੜ ਹੈ। ਜਿਹੜੀ ਚੀਜ਼ ਇਹ ਤੁਹਾਡੇ ਜਿੰਨਾ ਵੀ ਕੁਝ ਤੁਸੀਂ ਲਿਖਿਆ ਸਾਰੀ ਦੀ ਸਾਰੀ ਜਾਂਚ ਰੱਦ ਹੋ ਗਈ। ਤੇ ਤੁਸੀਂ ਤਾਂ ਅੱਜ ਤਾਂ ਸਿੱਧੂ ਸਾਹਿਬ ਤੁਹਾਡੀ ਸਰਕਾਰ ਨੇ ਮੰਨ ਲਿਆ, ਕਿਉਂਕਿ ਤੁਸੀਂ ਬਾਈਬਲ ਕਲਾਂ 'ਚ ਵੀ ਨਵੀਂ ਸਿੱਟ ਬਣਾਤੀ ਹੈ। ਇਹਦਾ ਮਤਲਬ ਪੁਰਾਣੀ ਸਿੱਟ ਤੁਸੀਂ ਖੁਦ ਹਲੇ ਦੀ ਕੋਈ ਬਾਈਬਲ ਕਲਾਂ ਦਾ ਕੇਸ ਹਾਈ ਕੋਰਟ ਪਿਆ, ਉਦੋਂ ਪਹਿਲਾਂ ਹੀ ਸਿੱਟ ਨਵੇਂ ਸਿਰੋਂ ਬਣਾ ਕੇ ਤੁਹਾਨੂੰ ਪਤਾ ਲੱਗ ਗਿਆ ਕਿ ਜੋ ਅਸੀਂ ਝੂਠ ਉਹਦੇ 'ਚ ਲਿਖਿਆ ਸੀਗਾ ਉਹ ਮਾਨਯੋਗ ਹਾਈ ਕੋਰਟ ਨੇ ਉਹ ਵੀ ਰੱਦ ਕਰ ਦੇਣਾ। ਤੇ ਇਸ ਕਰਕੇ ਅਸੀਂ ਜਿਹੜੀ ਹੈਗੀ ਹੈ ਪਹਿਲਾਂ ਹੀ ਨਵੇਂ ਸਿਰੋਂ ਜਿਹੜੀ ਸਿੱਟ ਬਣਾ ਦਈਏ। ਇਸ ਕਰਕੇ ਮੈਂ ਸਿੱਧੂ ਸਾਹਿਬ ਤੁਹਾਨੂੰ ਬੇਨਤੀ ਕਰਦਾ, ਕਿਰਪਾ ਕਰਕੇ ਬਾਜ ਆ ਜਾਓ, ਰਾਜਨੀਤੀ ਨਾ ਕਰੋ, ਗੁਰੂ ਸਾਹਿਬ ਦੇ ਮੁੱਦੇ ਤੇ ਰਾਜਨੀਤੀ ਨਾ ਕਰੋ। ਐਸੀਆਂ ਗੱਲਾਂ ਤੁਸੀਂ ਲੋਕਾਂ ਦੇ ਵਿੱਚ ਭਰਮ ਫੈਲਾਉਣ ਵਾਲੀਆਂ ਕਰਦੇ ਹੋ ਜਿਹੜੀਆਂ ਦਾ ਨੇੜ ਤੇੜ ਦਾ ਵੀ ਵਾਹ ਵਾਸਤਾ ਜਿਹੜਾ ਹੈਗਾ ਉਹ ਸਾਡੇ ਨਾਲ ਨਹੀਂ ਹੈਗਾ, ਤੇ ਤੁਸੀਂ ਆਪਣੇ ਆਪ ਨੂੰ ਐਵੇਂ ਹੀਰੋ ਬਣਾਉਣ ਦੀ ਕੋਸ਼ਿਸ਼ ਕਰਦੇ ਹੋ। ਮੈਂ ਤੁਹਾਨੂੰ ਸਵਾਲ ਪੁੱਛਦਾ, 2015 ਦੇ ਵਿੱਚ ਤੁਸੀਂ ਭਾਰਤੀ ਜਨਤਾ ਪਾਰਟੀ 'ਚ ਸੀਗੇ ਤੇ ਉਸ ਵੇਲੇ ਵੀ ਜਾਂਚ CBI ਕੋਲੇ ਸੀਗੀ, ਤੁਸੀਂ ਕੀ ਪੈਰਵਾਈ ਕੀਤੀ ਜਾਂ ਤੁਸੀਂ ਕੀ ਇਹਦੇ ਵਿੱਚ ਸਿੱਟੇ ਤੇ ਪਹੁੰਚੇ? ਤੇ ਤੁਹਾਡੀ ਧਰਮ ਪਤਨੀ ਸਾਹਿਬਾ ਸਾਡੀ ਸਰਕਾਰ ਦੇ ਵਿੱਚ ਉਦੋਂ CPS ਸੀਗੀ, ਉਦੋਂ ਤਾਂ ਤੁਹਾਨੂੰ ਬੇਅਦਬੀ ਦਾ ਦੁੱਖ ਨਹੀਂ ਆਇਆ ਯਾਰ। ਉਦੋਂ ਤਾਂ ਤੁਸੀਂ ਕਦੇ ਗੱਲ ਹੀ ਨਹੀਂ ਕੀਤੀ ਨਾ। ਤੁਸੀਂ BJP ਛੱਡੀ ਕਿਉਂ? ਕਿਉਂਕਿ ਤੁਹਾਨੂੰ ਮੰਤਰੀ ਨਹੀਂ ਬਣਾਇਆ ਕੇਂਦਰ ਦੇ ਵਿੱਚ। BJP ਛੱਡ ਕੇ ਤੁਸੀਂ ਆਮ ਆਦਮੀ ਪਾਰਟੀ ਦੇ ਘਰ ਦੇ ਮੂਹਰੇ ਫਿਰਦੇ ਰਹੇ ਕਿ ਮੈਨੂੰ ਮੁੱਖ ਮੰਤਰੀ ਬਣਾ ਲਓ। ਤੇ ਪਰਸੋਂ ਚੌਥੇ ਇੱਕ ਸੱਜਣ ਨੇ ਹੋਰ ਕਿਹਾ ਕਿ ਜਿਹੜਾ ਜੇ ਕੋਈ ਦੋਸ਼ੀ ਨੂੰ ਬਚਾਉਂਦਾ ਹੈ ਤੇ ਜਾਂ ਦੋਸ਼ੀ ਦੇ ਲਈ ਨਰਮ ਰਵੱਈਆ ਰੱਖਦਾ ਹੈ, ਮਹਾਰਾਜਾ ਉਹਦਾ ਵੀ ਕੱਖ ਨਾ ਰਹੇ। ਅਸੀਂ ਤਾਂ ਅਗਲੀ ਗੱਲ ਵੀ ਜੋੜ ਲੈਂਦੇ ਨਾਲ। ਇਸ ਕਰਕੇ ਰਾਜਨੀਤੀ ਕਰਨੀ ਬੰਦ ਕਰੋ। ਜਿੰਨਿਆਂ ਨੇ ਵੀ ਰਾਜਨੀਤੀ ਇਹਦੇ ਤੇ ਕੀਤੀ ਹੈ ਬਹੁਤੇ ਉੱਡ ਗਏ ਆ, ਬਹੁਤੇ ਉੱਡ ਗਿਆ। ਗੁਰੂ ਸਾਹਿਬ ਦਾ ਸਮਾਂਗ ਰਚਾਇਆ ਸੀ ਨਾ ਸੌਦਾ ਸਾਧ ਨੇ, ਤੇ ਅੱਜ ਕੀ ਹਾਲ ਹੈ ਰਹਿਣਾ। ਹਾਲ ਤੁਹਾਡਾ ਵੀ ਇਹੀ ਹੋਣਾ ਜੇ ਤੁਸੀਂ ਨਾ ਇਸ ਗੱਲ ਤੋਂ ਬਾਜ ਆਏ। ਜੇ ਕੋਈ ਤੁਹਾਡੇ ਕੋਲੇ ਸਬੂਤ ਹੈਗਾ, ਸਿੱਧੂ ਸਾਹਿਬ ਤੁਹਾਡੇ ਕੋਲੇ, ਭਗਵੰਤ ਮਾਨ ਥਾਂ ਬੋਲਦਾ ਫਿਰਦਾ ਉਹਦੇ ਕੋਲੇ, ਸੁੱਖੀ ਰੰਧਾਵਾ ਬੋਲਦਾ ਉਹਦੇ ਕੋਲੇ, ਕੈਪਟਨ ਸਾਹਿਬ ਨੇ ਵੀ ਬੜੀਆਂ ਵੋਟਾਂ ਲੈਣ ਤੋਂ ਪਹਿਲਾਂ ਬੋਲਿਆ ਸੀ ਕਿ ਇਹਦੇ 'ਚ ਫਲਾਨਾ ਆਊਗਾ ਧਮਕਾ ਆਊਗਾ। ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਬੜਾ ਸੰਜੀਦਾ ਮੁੱਦਾ ਹੈ।
ਕਿਰਪਾ ਕਰਕੇ ਜੇ ਕਿਸੇ ਕੋਲੇ ਕੋਈ ਸਬੂਤ ਹੈਗਾ ਤਾਂ ਮਾਨਯੋਗ ਅਦਾਲਤ ਦੇ ਵਿੱਚ ਦਿਓ, ਤਾਂ ਕਿ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਵੀ ਨਾ ਹੋਵੇ ਜਿਹੜੀਆਂ ਤੁਸੀਂ ਹਰ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਹੋ, ਤੇ ਜਿਹੜਾ ਦੋਸ਼ੀ ਹੈ ਉਹ ਵੀ ਜਿਹੜਾ ਹੈਗਾ ਕਟਹਿਰੇ ਦੇ ਵਿੱਚ ਖੜਾ ਹੋ ਜੇ। ਇਸ ਕਰਕੇ ਇਹ ਰਾਜਨੀਤੀ ਕਰਨੀ ਬੰਦ ਕਰ ਦਿਓ, ਕਿਰਪਾ ਕਰਕੇ ਬੰਦ ਕਰ ਦਿਓ। ਇਹ ਬਾਰ-ਬਾਰ ਐਵੇਂ ਕਦੇ ਕੋਈ ਇੱਧਰ ਦੀ ਗੱਲ ਛੇੜ ਦਿਓ, ਕਦੇ ਇੱਧਰ ਦੀ ਛੇੜ ਦਿਓ। ਜੇ ਕੋਈ ਤੁਹਾਡੇ ਕੋਲ ਸਬੂਤ ਹੈਗੇ ਕਿਰਪਾ ਕਰਕੇ ਅਦਾਲਤ ਨੂੰ ਦਿਓ, ਤੇ ਵਰਨਾ ਇਹ ਰਾਜਨੀਤੀ ਬੰਦ ਕਰ ਦਿਓ। ਸਾਡੇ ਪੰਜਾਬ ਦੇ ਹੋਰ ਬੜੇ ਮਸਲੇ ਨੇ ਜਿਨ੍ਹਾਂ ਤੋਂ ਤੁਸੀਂ ਧਿਆਨ ਭਟਕਾ ਰਹੇ ਹੋ। ਅੱਜ ਪੂਰਨ ਕਰਜ਼ਾ ਮਾਫੀ ਕਿੱਥੇ ਹੈ? ਸਿੱਧੂ ਸਾਹਿਬ, ਤੁਸੀਂ ਬਾਕੀ ਦੀਆਂ ਗੱਲਾਂ ਦੀ ਤਾਂ ਇਕੱਲੇ ਇਹ ਫਾਇਰਿੰਗ ਕੇਸ ਦੀ ਜਾਂ ਬੇਅਦਬੀ ਦੀ ਤਾਂ ਕਰਦੇ ਹੋ, ਤੇ ਤੁਸੀਂ ਇਹ ਵੀ ਤਾਂ ਪੁੱਛੋ ਨਾ ਵੀ ਪੂਰਾ ਕਰਜ਼ਾ ਕਿਉਂ ਨਹੀਂ ਮਾਫ ਕੀਤਾ, ਜਾਂ 2500 ਭੱਤਾ ਕਿਉਂ ਨਹੀਂ ਦਿੱਤਾ, ਜਾਂ ਘਰ ਘਰ ਨੌਕਰੀ ਕਿਉਂ ਨਹੀਂ ਦਿੱਤੀ, ਸ਼ਗਨ ਸਕੀਮ ਪੂਰਾ ਕਿਉਂ ਨਹੀਂ ਕੀਤਾ, 51000 2500 ਪੈਨਸ਼ਨ ਕਿਉਂ ਨਹੀਂ ਦਿੱਤੀ, ਕੱਚੇ ਮੁਲਾਜ਼ਮ ਪੱਕੇ ਕਿਉਂ ਨਹੀਂ ਕੀਤੇ, ਡੀਏ ਰਿਲੀਜ਼ ਕਿਉਂ ਨਹੀਂ ਕੀਤਾ। ਇਹ ਵੀ ਤਾਂ ਗੱਲਾਂ ਕਰੋ ਨਾ, ਕੱਲਾ ਇਧਰ ਉਧਰ ਕੀ ਬਾਤ ਕਰਕੇ ਬਾਕੀ ਪੰਜਾਬ ਨੂੰ ਤੁਸੀਂ ਸੜਨ ਲਈ ਛੱਡ ਰੱਖਿਆ। ਅੱਜ ਦੇਸ਼ ਦੇ ਵਿੱਚ ਕਰੋਨਾ ਦੇ ਨਾਲ 1% ਦੀ ਮੌਤ ਦਰ ਹੈ, ਤੇ ਪੰਜਾਬ ਦੇ ਵਿੱਚ 2.5% ਦੀ ਮਰ ਰਹੇ, 100 ਚੋਂ 2.5 ਬੰਦੇ ਮਰ ਰਹੇ ਆ, ਦੇਸ਼ 'ਚ 100 ਚੋਂ 1 ਮਰ ਰਿਹਾ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।